करत ना लागी वार। जे सौ चंदा युग में सूरज चढ़े हजार। एके चानण होंदिया गुर बिना घोर अंधार। वाहिगुरु साहिब जियो सतनाम। वाहिगुरु साहिब जी सुही महला पंजवा। जाके दर्श पाप कोट उतारे। भेटत संग ए भवजल तारे। ओए साजना ओए मीत प्यारे। जो हम कहो हर नाम चितारे। ओए साजना ओए मीत प्यारे। जो हम कहो हर नाम चितारे। रहाओ जाका शब्द सुनत सुख सारे। जाकी पहला जमदूत बिदारे। जान की तीरक इस मन सदारे। जाके सिमरन मुख उजलारे। प्रभ के सेवक प्रभ आप सवारे। शरण नानक तिन सद बलिहारे। प्रभ के सेवक प्रभ आप सवारे। शरण नानक तिन सद बलिहारे। परम सत्कार जुगो जुग अटल सर्व कला भरपूर। जबर छतर तखत दे मालक वाले कुल आलम। दो जहान ने रहबर कुल दुनिया दे मालक। निमाणिया दे मान दाता निताणिया दे ताण। धन धन साहिब श्री गुरु ग्रंथ साहिब महाराज सच्चे पातशाह जी। तिन्हां दी पावन पवित्र हजूरी दे विच बैठ के असां सारे ही रल मिल के साहिब सच्चे पातशाह जी दी अमृत बाणी दे नाल रल मिल के सांझ बना रहे सन। हफ्तावारी ऐतवार दे दीवान दीयां आसां हाजरियां भर रहे हैं। अमृतमय पावन वचनां दा पाठ रल मिल के श्रवण करना कीता है। पावन बोल अज दा हुक्मनामा धन साहिब श्री गुरु अर्जन महाराज पातशाह जी की मुबारक रसना तो उच्चारण कीता होया। सोही राग के अंदर गुरु ग्रंथ साहिब महाराज पातशाह जी के पावन अंग 739 740 ਦੇ ਉੱਤੇ ਸੁਭਾਏ ਮਾਨ। गरीब निवाज पिता धन गुरु
ਅਰਜਨ ਮਹਾਰਾਜ ਪਾਤਸ਼ਾਹ ਜੀ ਅੰਮ੍ਰਿਤਮਈ ਬਚਨਾਂ ਦੇ ਸਦਕਾ ਸਾਡੇ ਤੇ ਕੀ ਰਹਿਮਤ ਕਰਦੇ ਨੇ। ਆਓ ਜੀ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਫਤਿਹ ਦੇ ਨਾਲ ਸਾਂਝ ਪਾਈਏ। ਦੋਨੇ ਹੱਥ ਜੋੜ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਪਿਤਾ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਓਏ ਸਾਜਨ ओए नीत प्यारे जो हमको हर नाम चितारे। कहते वो सज्जन है, वो मित्र है केड़ा जेड़ा हरि अकाल पुरख वाहिगुरू परमेश्वर दा नाम चित चेते दे विच करवावे। ते गुरु ग्रंथ साहिब महाराज सच्चे पातशाह जी दी अमृतमयी पावन बाणी ने ਸਾਡੇ ਸਨਮੁਖ ਖਿਆਲ ਹੀ ਇਹ ਰੱਖਿਆ ਕਿ हे ਭਾਈ ਸੱਜਣ ਮਿੱਤਰ ਦਰਅਸਲ ਹੋਣੇ ਹੀ ਉਹ ਚਾਹੀਦੇ ਨੇ ਜਿਹੜੇ ਸਾਨੂੰ ਸਦਾ ਦੇ ਲਈ ਰੱਬ ਦੇ ਨਾਮ ਨੂੰ ਦ੍ਰਿੜ ਕਰਵਾ ਦੇਣ, ਜਿਹੜੇ ਰੱਬ ਦੇ ਨਾਲ ਸਾਨੂੰ ਜੋੜ ਦੇਣ, ਜਿਹੜੇ ਰੱਬ ਦੀ ਸਾਨੂੰ ਇਬਾਦਤ ਕਰਨ ਦੀ ਪ੍ਰੇਰਣਾ ਕਰਨ। ਦਰਅਸਲ ਮਿੱਤਰ ਵੀ ਉਹੀ ਹੋਣੇ ਚਾਹੀਦੇ ਨੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਇਹ ਖਿਆਲ ਸਾਡੀ ਝੋਲੀ ਚ ਪਾਏ। ਨਾਲ ਦੂਜੀ ਗੱਲ ਕਰਦੇ, ਕਹਿੰਦੇ ਉਹਨਾਂ ਮਿੱਤਰਾਂ ਦਾ ਸੰਗ, ਉਹਨਾਂ ਸੱਜਣਾ ਦਾ ਸੰਗ ਕਹਿੰਦੇ ਕਦੇ ਭੁੱਲ ਕੇ ਵੀ ਨਾ ਕਰਿਓ ਜਿਨ੍ਹਾਂ ਨੇ ਮਾੜੀ ਸੰਗਤ ਨੂੰ ਅਪਣਾਇਆ ਹੋਇਆ ਹੈ। ਜ਼ਿੰਦਗੀ ਦੀ ਕਾਰ ਵਿਵਹਾਰ ਉਹਨਾਂ ਦੀ ਆਪਣੀ ਤੇ ਵਿਗੜੀ ਹੋਈ ਹੈ, ਤੁਹਾਡੀ ਵੀ ਵਿਗਾੜ ਕੇ ਰੱਖ ਦੇਣੀ, ਤੁਹਾਡੇ ਵੀ ਪੱਲੇ ਕੁਝ ਵੀ ਨਹੀਂ ਛੱਡਣਾ। ਅਸੀਂ ਆਪ ਕਰਕੇ ਇੱਕ ਗੱਲ ਸੁਣਦੇ ਵੀ ਹਾਂ ਤੇ ਆਪਣੀ ਜ਼ੁਬਾਨੀ ਕਹਿੰਦੇ ਵੀ ਜੇਕਰ ਇੱਕ ਫਲ ਖਰਾਬ ਹੋਵੇ ਟੋਕਰੀ ਦੇ ਵਿੱਚ, ਉਹ ਸਾਰੇ ਦੇ ਸਾਰੇ ਨੂੰ ਹੀ ਟੋਕਰੀ ਨੂੰ ਹੀ ਖਰਾਬ ਕਰ ਦਿੰਦਾ ਹੈ। ਉਹ ਕੁਦਰਤੀ ਆ, ਉਹ ਹੋਵੇਗਾ, ਉਸ ਨੂੰ ਮਾਹੌਲ ਉਦਾਂ ਦਾ ਮਿਲਿਆ, ਉਸ ਦਾ ਆਲਾ ਦੁਆਲਾ ਇਦਾਂ ਦਾ ਹੋ ਗਿਆ, ਉਹ ਬਾਕੀ ਦੇ ਨੇ ਵੀ ਖਰਾਬ ਇਦਾਂ ਦਾ ਹੀ ਹੋਣਾ ਹੀ। ਇਨਸਾਨੀ ਜੀਵ ਦੀ ਫਿਤਰਤ ਇਦਾਂ ਦੀ ਹੈ। ਇਹ ਵੀ ਕਰਦਾ ਹੈ ਸੰਗਤ, ਇਹ ਵੀ ਇੱਕ ਦੂਜੇ ਦੇ ਨਾਲ ਉੱਠਦਾ ਹੈ, ਮੇਲ ਮਿਲਾਪ ਕਰਦਾ ਹੈ, ਬੋਲਦਾ ਹੈ, ਚੱਲਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੀ ਸੰਗਤ ਕਰਨ ਦੀ ਪ੍ਰੇਰਣਾ ਕਰਦੇ ਨੇ, ਸਾਹਿਬ ਜੀ ਕਹਿੰਦੇ ਕੋਈ ਕਰ ਲਵੇ ਨਾ ਉਸ ਦਾ ਸੰਸਾਰ ਦੇ ਵਿੱਚ ਆਇਆ ਹੋਇਆ ਸਫਲ ਹੈ। ਜਿਹੜੀ ਗੱਲ ਸੋਦਰ ਦੀ ਪਾਵਨ ਬਾਣੀ ਦੇ ਵਿੱਚ ਵੀ ਅਸਾਂ ਪੜ੍ਹਦੇ ਹਾਂ, मेरे माधो जी सत संगत मिलै सो दरिया गुर प्रसाद परम पद पाया सूखे कास्ट हरिया। कहते हैं मेरे माधो तेरी संगत दे सदका, तेरे ओट आसरे दे सदका भवजल संसार सागर भी तरिया जा सकता है। तेरे ओट आसरे दे सदका जीवन सदा दे लिए सौखा ही सौखा भी हो सकता है। पर तेरी संगत मिल जावे, ये अरदास है, ये बेनती है, ये दुदड़ी है। ये सुक्का होया मन फिर हरिया भरिया हो जाता है, पर होवे सज्जन पक्का। ते गुरु साहब जी कहते गुरु ऐसा सज्जन है, गुरु ऐसा मित्र है। कहते जिन्हां ने भी ऐसे गुरु ਨੂੰ ਆਪਣੇ ਸੱਜਣ ਨੂੰ ਮਿੱਤਰ ਬਣਾ ਲਿਆ ਹੈ, ਇਹ ਗੁਰੂ ਕਦੇ ਵੀ ਪਿਛਾਂ ਨਹੀਂ ਹਟਦਾ, ਅਗਾਂਹ ਹੋ ਕੇ ਰਹਿੰਦਾ ਹੈ। ਅਸੀਂ ਆਪ ਭਾਈ ਗੁਰਦਾਸ ਜੀ ਦੀਆਂ ਇਹਨਾਂ ਪੰਕਤੀਆਂ ਨੂੰ ਪੜ੍ਹਦੇ ਹਾਂ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਜਦੋਂ ਦੁਨਿਆਵੀ ਤੌਰ ਦੇ ਉੱਤੇ ਸਾਡੇ ਸਿਰ ਦੇ ਉੱਤੇ ਕੋਈ ਵਿਪਤਾ ਪੈਂਦੀ ਹੈ ਨਾ, ਸਾਡੇ ਤੇ ਮੁਸ਼ਕਲ ਪੈਂਦੀ ਹੈ, ਜਿਨ੍ਹਾਂ ਨੂੰ ਕਹਿੰਦੇ ਆ ਵੀ ਅਸੀਂ ਤਾਂ ਭਾਈ ਇੱਕ ਦੂਜੇ ਤੋਂ ਬਿਨਾਂ ਸਾਹ ਹੀ ਨਹੀਂ ਲੈਂਦੇ, ਉਹ ਵੀ ਛੱਡ ਜਾਂਦੇ ਨੇ ਸਾਥ। ਸੱਜਣ ਮਿੱਤਰ ਵੀ ਸਾਥ ਛੱਡ ਜਾਂਦੇ ਨੇ। ਬਿਪਤ ਪਰੀ ਸਭ ਹੀ ਸੰਗ ਛੱਡਤ ਕੋ ਨਾ ਆਵਤ, ਨੇਰਾ ਕਹਿੰਦੇ ਇੱਕੋ ਹੀ ਹੈ ਇੱਕ ਗੁਰੂ ਜਿਹੜਾ ਕਦੇ ਵੀ ਸਾਡਾ ਸਾਥ ਨਹੀਂ ਛੱਡਣ ਵਾਲਾ। ਸੁਖਮਨੀ ਸਾਹਿਬ ਪਾਵਨ ਬਾਣੀ ਦੇ ਬੋਲ, ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹਾਂ ਨਾਮ तेरा संग सहाय, उत्थे गुरु दा नाम तेरा संगी साथी है। गुरु दा नाम तेरा संगी सहाई साथी है। गुरु दा नाम तेरा संगी सहाई साथी है। तेरे ओट आसरे दे सदका, तेरे ओट आसरे दे सदका भवजल संसार सागर भी तरिया जा सकता है।
ये ऐसा साथी है, ये ऐसा सहाई होने वाला है, हर एक पासे तेनू उबारेगा, हर एक मुश्किल दे विचों तेनू कढ लवेगा। पर हाँ, इसदा संग, इसदा साथ प्रेम भावना दे नाल करी, बेईमानी दे नाल ना करी। बेईमानी दे नाल अज तक किसी दा भला नहीं होया। छल कपट ना रखी किते मन दे विच। छल कपट दे नाल मित्रताई नहीं निभाई जाती। गिनतियां मिनतियां दे नाल गुरु दे नाल प्यार नहीं पूरा कीता जांदा भी असीं गुरु दी बाणी दिन दे विच इन्नी वार पढ़दे आ, असीं गुरुद्वारे इन्नी वार जांदे आ, असीं इन्नी वारी सेवा करना। ना ना ना, कहंदे गुरु दे नाल लेखे जोखे वाली गल ना किते रख ले। गुरु दे नाल जेकर निभना है तो जिन्ना कच्चे सवास ने कोई एक अरदास करिए सच्चे पातशाह इस सवासां दी पूंजी दे सदका तेरे ही कारज व्यवहार करदियां होइयां ये पूरीਆਂ हो जाण, बस होर कुछ नहीं होई चाहिए। ए वडियाई, ए बख्शिश, ए रहमत करन वाला गुरु ही है। इन्नी सोझी आ जावे। साहिब जी ने ਇਹੋ ਹੀ ਗੱਲ ਕੀਤੀ, ਕਹਿੰਦੇ ਓਏ ਸਾਜਨ ओए मीत प्यारे, कहंदे ओहो ही सज्जन ने, ओही मित्र ने, ओही प्यारे जो हम कहो हर नाम चितारे। ਇਹ कोई बिरला ही है जी। ਜਦੋਂ कोई माड़ा कर्म ਹੁੰਦਾ ਹੈ ਨਾ ਕਰਨ ਦੇ ਲਈ ਉੱਥੇ ਲੱਗਦਾ ਤਾਂ ਹੈਗਾ ਵੀ ਕੋਈ ਨਹੀਂ ਹੁਣ ਕਰ ਦਈਏ। ਇਦਾਂ ਹੱਲਾ ਸ਼ੇਰੀ ਦੇਣ ਵਾਲੇ ਬਹੁਤ ਹੁੰਦੇ ਨੇ ਵੀ ਕੋਈ ਗੱਲ ਨਹੀਂ ਕਰਦੀ, ਚੋਰੀ ਹੈ, ਠੱਗੀ ਹੈ, ਬੇਈਮਾਨੀ ਹੈ, झूठ है, कोई गल नहीं, एक बार बोल दांगे फिर क्या बचना ही है, बच जावांगे एक बार झूठ बोल के। पर हुंदा की है, साहिब जी कहते वो कोई बिरला ही है जिहड़ा उस झूठ तो सानू सच दी वल प्रेरणा करना करे। नहीं करना ये काम, इस दे सदका नहीं पार उतार। सच सच बोल के भावें अपना आपा भी क्यों ना सरेंडर हो जाए, असीं कर देंगे, छड्ड देंगे अपने आप, पर सच बोलना है। ਅੱਜ ਸੱਚ ਨੂੰ ਇੱਕ ਪਾਸੇ ਰੱਖਿਆ ਜਾਂਦਾ ਹੈ, ਝੂਠ ਨੂੰ ਅੱਗੇ ਕਰਕੇ ਰੱਖਿਆ ਜਾਂਦਾ ਹੈ। ਤੇ ਗੁਰੂ ਸਾਹਿਬ ਜੀ ਕਹਿਣਾ ਕਰਦੇ ਨੇ ਝੂਠਿਆਂ ਦਾ ਸੰਗ ਕਰਨ ਦੇ ਨਾਲ ਭੀੜ ਬਹੁਤ ਵੱਡੀ ਹੋਵੇਗੀ, ਪਰ ਉੱਥੋਂ ਨਿਕਲਣਾ ਕੁਝ ਵੀ ਨਹੀਂ ਹੈ। ਉੱਥੇ ਧੱਕੇ ਹੀ ਪੈਣਗੇ, ਉੱਥੇ ਬਦਨਾਮੀ ਹੀ ਹੋਵੇਗੀ। ਪਰ ਹਾਂ, ਜਿੱਥੇ ਸੱਚਾਈ ਵਾਲੀ ਗੱਲ ਹੋਵੇਗੀ ਨਾ, ਉੱਥੇ ਬਦਨਾਮੀ ਨਹੀਂ ਹੋਣੀ। ਉੱਥੇ ਬਦਨਾਮੀ ਨਹੀਂ ਹੋਣੀ, ਉੱਥੇ ਭੀੜ ਵੀ ਨਹੀਂ ਹੋਣੀ, ਕਿਉਂਕਿ ਉਸ ਚੀਜ਼ ਦਾ ਮੁੱਲ ਹੈ। ਤੁਸੀਂ ਦੇਖਿਓ ਆਮ ਕਰਕੇ ਜਿਹੜੀਆਂ ਦੁਕਾਨਾਂ ਬਾਜ਼ਾਰਾਂ ਦੇ ਵਿੱਚ ਹੁੰਦੀਆਂ ਨੇ, ਭੀੜ ਰਸ਼ ਪਿਆ ਰਹਿੰਦਾ ਹੈ। ਸੁਨਿਆਰੇ ਦੀ ਦੁਕਾਨ ਦੇ ਉੱਤੇ ਦੇਖਿਆ ਹੋ ਕਿ ਕਦੇ ਭੀੜ ਰਸ਼? ਕੋਈ ਦਿਨ ਹੋਣਾ ਬਾਹਰ ਤਿਉਹਾਰ ਜਿਸ ਵੇਲੇ ਰਸ਼ ਹੋਵੇ, ਨਹੀਂ ਤਾਂ ਉੱਥੇ ਉਹੀ ਹੀ ਜਾਂਦਾ ਜਿਸ ਦੀ ਜੇਬ ਦੇ ਵਿੱਚ 4 ਪੈਸੇ ਹੈਗੇ ਨੇ, ਉਸੇ ਨੇ ਹੀ ਪਹੁੰਚਣਾ ਨਾ ਉੱਥੇ। गुरु महाराज पातशाह जी कहते जिन्हां दे पल्ले, जिन्हां दे हिस्से सच वाली गल हैगी है ना, क्वालिटी वाली, जिन्हां दे विच खासियत है, असलियतता वाली बात है, हमेशा दे लई उन्हां नूं ही कसवट्टी दे उत्ते खरा उतारिया जांदा है। ਜਿਹੜੇ ਹਮੇਸ਼ਾ ਦੇ ਲਈ ਕੇਵਲ ਇਧਰ ਉਧਰ ਦੇ ਖਿਆਲਾਂ ਨੂੰ ਮੁੱਖ ਰੱਖ ਕੇ ਚੱਲਦੇ ਨੇ, ਉਹਨਾਂ ਦਾ ਪਾਰ ਉਤਾਰਾ ਕਦੇ ਨਹੀਂ ਹੋ ਸਕਦਾ। ਤੇ ਗੁਰੂ ਦੀ ਰਹਿਮਤ ਦੇਖੋ, ਬਖਸ਼ਿਸ਼ ਦੇਖੋ। ਸਾਹਿਬ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਜਾ ਕੇ ਦਰਸ ਪਾਪ ਕੋਟ ਉਤਾਰੇ, ਭੇਟਤ ਸੰਗ ਇਹ ਭਵਜਲ ਤਾਰੇ। ਕਹਿੰਦੇ ਜਿਸ ਦੇ ਦਰਸ਼ਨ ਦੀਦਾਰੇ ਕੀਤਿਆਂ करोड़ा ही अपराध मिट जान, करोड़ा ही पाप उतर जान, होर की चाहिए। ऐसे अकाल पुरख, ऐसे गुरु दे दर्शन करन दे लई मन दे विच सदा दे लई खिच रखनी चाहिए है। ते गुरु दे दर्शन किस ढंग तरीके दे नाल होणगे कि असीं सीस झुकाया, सामने प्रतखता रूप दे विच देख लिया असीं गुरु ग्रंथ साहिब जी की ये दर्शन ने। असीं मान लो बीमार आ, मान लो कि डॉक्टर दे बाहरों क्लिनिक देख के आगे भी भाई असीं तां डॉक्टर दे दर्शन करके आगे ठीक हो जावांगे, इदां हो जाएगा ठीक नहीं। गुरु साहब जी कहंदे उदों तक पार उतारा नहीं है ਜਦੋਂ ਤੱਕ ਗੁਰੂ ਦੇ ਸ਼ਬਦ ਨੂੰ ਅੰਤਰ ਆਤਮੇ ਤੱਕ ਨਹੀਂ ਵਸਾ ਦਿੰਦੇ, ਜਦੋਂ ਤੱਕ ਹਿਰਦੇ ਦੇ ਵਿੱਚ ਨਹੀਂ ਧਿਆ ਲੈਂਦੇ,
ਜਦੋਂ ਤੱਕ ਕੰਨਾਂ ਦੇ ਨਾਲ ਸੁਣ ਨਹੀਂ ਲੈਂਦੇ, ਜਦੋਂ ਤੱਕ ਜ਼ੁਬਾਨ ਦੇ ਨਾਲ ਗਾ ਨਹੀਂ ਲੈਂਦੇ। ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਅੰਮ੍ਰਿਤਮਈ ਪਾਵਨ ਬਚਨਾਂ ਦੇ ਸਦਕਾ ਸਾਡੇ ਸਨਮੁਖ ਖਿਆਲ ਦਿੰਦੇ ਨੇ। ਕਹਿੰਦੇ ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿਠੈ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਕਹਿੰਦੇ ਉਦੋਂ ਤੱਕ ਪਾਰ ਉਤਾਰਾ ਥੋੜੀ ਨਾ ਹੈ, ਜਦੋਂ ਤੱਕ ਸ਼ਬਦ ਦੀ ਵਿਚਾਰ ਨਹੀਂ ਹੁੰਦੀ। ਉਦੋਂ ਤੱਕ ਬਿਮਾਰੀ ਤੋਂ ਖਹਿੜਾ ਨਹੀਂ ਛੁੱਟੇਗਾ, ਜਦੋਂ ਤੱਕ ਡਾਕਟਰ ਦੀ ਕਹੀ ਹੋਈ ਸੁਣੀ ਨੂੰ ਨਹੀਂ ਮੰਨਿਆ ਜਾਏਗਾ, ਉਦੋਂ ਤੱਕ ਨਹੀਂ ਹੋਣ ਵਾਲਾ ਪਾਰ ਉਤਾਰ। ਗੁਰੂ ਸਾਹਿਬ ਦੀ ਕਿਰਪਾ ਕਰਨ, ਅਸੀਂ ਗੁਰੂ ਦੀ ਸੁਣੀਏ, ਅਸੀਂ ਗੁਰੂ ਦੀ ਮੰਨੀਏ, ਅਸੀਂ ਗੁਰੂ ਦੀਆਂ ਖਿਆਲਾਂ ਨੂੰ ਆਪਣੇ ਅੰਤਰ ਆਤਮੇ ਦੇ ਵਿੱਚ ਵਸਾ ਕੇ ਚੱਲੀਏ। ਜਾ ਕੇ ਦਰਸ ਪਾਪ ਕੋਟ ਉਤਾਰੇ, ਭੇਟਤ ਸੰਗ ਇਹ ਭਵ ਜਲ ਤਾਰੇ। ਕਹਿੰਦੇ ਗੁਰੂ ਦੇ ਚਰਨ ਆਰਾਧੇ, ਗੁਰੂ ਦਾ ਓਟ ਆਸਰਾ ਤੱਕਿਆ। ਕਹਿੰਦੇ ਭਵ ਜਲ ਸੰਸਾਰ ਸਾਗਰ ਤੋਂ ਸਾਨੂੰ ਸਦਾ ਦੇ ਲਈ ਪਾਰ ਕਰਨ ਵਾਲਾ, ਸਦਾ ਦੇ ਲਈ ਸਾਡੇ ਜੀਵਨ ਨੂੰ ਸੋਹਣਾ ਸੁਚੱਜਾ ਬਣਾਉਣ ਵਾਲਾ ਹੈ। ਜਾ ਕਾ ਸ਼ਬਦ ਸੁਨਤ ਸੁਖ ਸਾਰੇ, ਜਾ ਕੀ ਕਹਿਲ ਜਮਦੂਤ ਬਿਦਾਰੇ। ਕਹਿੰਦੇ ਜਿਸ ਦਾ ਸ਼ਬਦ ਸੁਣਿਆ ਸਦਾ ਦੇ ਲਈ ਇਨਸਾਨੀ ਜੀਵ ਸੁਖੀ ਹੋ ਜਾਵੇ, ਹੋਰ ਕੀ ਚਾਹੀਦਾ। ਅੱਜ ਸਾਡੇ ਸ਼ਬਦਾਂ ਦੇ ਵਿੱਚ ਕੁੜੱਤਣ ਭਰੀ ਪਈ ਹੈ। ਅਸੀਂ ਦੁਨਿਆਵੀ ਤੌਰ ਦੇ ਉੱਤੇ ਅੱਜ ਦਾ ਸਮਾਂ ਇਦਾਂ ਹੈ ਕਿ ਹਰ ਇੱਕ ਕੋਈ ਕਹਿੰਦਾ ਵੀ ਮਿੱਠਾ ਨਹੀਂ ਖਾਣਾ, ਮਿੱਠਾ ਨਹੀਂ ਖਾਣਾ। ਕਿਉਂ ਨਹੀਂ ਖਾਣਾ? ਸ਼ੂਗਰ ਵੱਧ ਜਾਏਗੀ ਭਾਈ, ਨਹੀਂ ਮਿੱਠਾ ਨਹੀਂ ਖਾਣਾ। ਉਹ ਮਿੱਠਾ ਛੱਡਦਿਆਂ ਛੱਡਦਿਆਂ ਜ਼ੁਬਾਨ ਤੋਂ ਵੀ ਕੁੜੱਤਣ ਆ ਗਈ, ਪਤਾ ਨਹੀਂ ਕਦੋਂ ਕਿਵੇਂ ਕੀ ਹੋ ਗਿਆ। ਮਿੱਠਾ ਛੱਡਣਾ ਸੀਗਾ ਪਰ ਕੱਲਾ ਤਨ ਦੇ ਲਈ ਛੱਡਣਾ ਸੀਗਾ, ਮਨ ਦੇ ਲਈ ਤਾਂ ਥੋੜੀ ਨਾ ਛੱਡਣਾ ਸੀਗਾ। ਗੁਰੂ ਮਹਾਰਾਜ ਪਾਤਸ਼ਾਹ ਜੀ ਉਹੀ ਗੱਲ ਕਹਿਣਾ ਕਰਦੇ ਨੇ, ਐਸੇ ਇਨਸਾਨੀ ਜੀਵ ਦਾ ਸੁਭਾਅ ਕਦੇ ਵੀ ਪੂਰਨਤਾ ਰੂਪ ਦੇ ਵਿੱਚ ਖਰਾ ਨਹੀਂ ਉਤਰ ਸਕਦਾ। ਇੱਕ ਤੇ ਸਚਾਈ ਹੁੰਦੀ ਹੈ, ਉਹ ਕੜਵੀ ਲੱਗਦੀ ਹੈ, ਪਰ ਇੱਕ ਉਹ ਕੜਵੇ ਬੋਲ ਜਿਨ੍ਹਾਂ ਦਾ ਕੋਈ ਤੱਤ ਹੀ ਨਹੀਂ ਹੈ, ਜਿਨ੍ਹਾਂ ਦਾ ਕੋਈ ਲਾਭ ਹੀ ਨਹੀਂ ਹੈ, ਜਿਨ੍ਹਾਂ ਦਾ ਕੋਈ ਫਾਇਦਾ ਨਹੀਂ ਹੈ, ਬੇਫਾਲਤੂ ਬੇਮਤਲਬ। ਕਹਿੰਦੇ ਐਸੇ ਬੋਲ ਬੋਲਣ ਵਾਲੇ ਦੇ ਦੂਰੋਂ ਹੀ ਦੂਰ ਰਹਿਣਾ ਚਾਹੀਦਾ ਹੈ। ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਸਾਹਮਣੇ ਕੀਤੀ ਹੈ, ਕਹਿੰਦੇ ਜਿਤ ਬੋਲਣ ਦੇ ਸਦਕਾ ਇਨਸਾਨੀ ਜੀਵ ਆਪ ਖੁਆਰ, ਜਿਸ ਬੋਲਣ ਦੇ ਸਦਕਾ ਇਨਸਾਨੀ ਜੀਵ ਦਾ ਕੀਤਾ ਹੋਇਆ ਇੱਕ ਦੂਜੇ ਦੇ ਨਾਲ ਵਾਰਤਾਲਾਪ ਕਿਸੇ ਥਾਂ ਨਹੀਂ ਪੈਣ ਵਾਲਾ, ਬੋਲਣ ਝਖਣ ਹੀ ਹੋਵੇ। ਕਹਿੰਦੇ ਐਸੇ ਬੋਲਾਂ ਨੂੰ ਤਾਂ ਪਾਸੇ ਹੀ ਰੱਖਦੀ ਹੈ, ਐਸੇ ਤੋਂ ਹਮੇਸ਼ਾ ਦੇ ਲਈ ਕਿਨਾਰਾ ਹੀ ਕਰਕੇ ਰੱਖੀ ਤੇ ਭਲਾ ਹੀ ਭਲਾ ਹੈ। ਕਹਿੰਦੇ ਐਸੇ ਸ਼ਬਦ ਦੀ ਗੱਲ ਗੁਰੂ ਸਾਹਿਬ ਜੀ ਨੇ ਕੀਤੀ ਹੈ। ਜਾ ਕਾ ਸ਼ਬਦ ਸੁਨਤ ਸੁਖ ਸਾਰੇ, ਜਿਹੜਾ ਸ਼ਬਦ ਸੁਣਿਆ ਸੁਖ ਇਨਸਾਨੀ ਜੀਵ ਨੂੰ ਮਿਲਦਾ ਹੈ। ਜਿਹੜਾ ਸ਼ਬਦ ਸੁਣਿਆ ਜਮਾਂ ਦੀ ਵਾਹੀ ਤੋਂ ਖਹਿੜਾ ਛੁੱਟਦਾ ਹੈ। ਕਹਿੰਦੇ ਐਸੇ ਸ਼ਬਦ ਨੂੰ ਲੜ ਬੰਨ ਲਈਏ, ਐਸੇ ਸ਼ਬਦ ਨੂੰ ਆਪਣੇ ਅੰਤਰ ਆਤਮੇ ਦੇ ਵਿੱਚ ਸਦਾ ਦੇ ਲਈ ਸੰਭਾਲ ਕੇ ਰੱਖੀਏ, ਸਦਾ ਦੇ ਲਈ ਸੁਖੀ ਰਵਾਂਗੇ, ਸਦਾ ਦੇ ਲਈ ਜੀਵਨ ਸਾਡਾ ਨਵਾਂ ਨਰੂਆ ਬਣਿਆ ਰਹੇਗਾ। ਸਾਹਿਬ ਜੀ ਇਹੋ ਹੀ ਖਿਆਲ ਅਗਲੇਰਿਆਂ ਖਿਆਲਾਂ ਦੇ ਵਿੱਚ ਦਿੰਦੇ ਨੇ। ਕਹਿੰਦੇ ਨੇ ਜਾ ਕੀ ਧੀਰਕ ਇਸ ਮਨੈ ਸਧਾਰੇ। ਧੀਰਕ ਦਾ ਅਰਥ ਹੁੰਦਾ ਹੈ ਜੀ ਆਸਰਾ, ਸਹਾਰਾ। ਜਿਸ ਦੇ ਸਹਾਰੇ ਦੇ ਸਦਕਾ ਇਹ ਮਨ ਸਬਰਦਾ ਹੈ, ਐਸਾ ਸਹਾਰਾ ਤੱਕਣਾ ਚਾਹੀਦਾ ਹੈ। ਜਿਸ ਦੇ ਸਿਮਰਨ ਦੇ ਸਦਕਾ ਸਾਡਾ ਮੁਖ ਉਜਲਾ ਹੁੰਦਾ ਹੈ, ਐਸੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਸਦਾ ਦੇ ਲਈ ਕਰਨਾ ਚਾਹੀਦਾ ਹੈ। ਸੁਖੀ ਇਨਸਾਨੀ ਜੀਵ ਹੀ ਸਦਾ ਦੇ ਲਈ ਤੰਦਰੁਸਤ ਹੈ, ਸੁਖੀ ਇਨਸਾਨੀ ਜੀਵ ਹੀ ਸਦਾ ਦੇ ਲਈ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਹਰ ਇੱਕ ਪਾਸਿਓਂ ਹੀ ਖਰਾ ਉਤਰਨ ਵਾਲਾ ਹੈ। ਤੇ ਇਹ ਸੁਖ ਮਿਲਣ ਵਾਲਾ ਕਿੱਥੋਂ ਹੈ?
ਸਾਹਿਬ ਜੀ ਨੂੰ ਪੁੱਛੀਏ ਪਾਤਸ਼ਾਹ ਜੀ ਕਿੱਥੋਂ ਮਿਲੇਗਾ ਇਹ ਸੁੱਖ? ਤੇ ਸਾਹਿਬ ਜੀ ਕਹਿਣਾ ਕਰਦੇ ਨੇ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਕੀ ਸ਼ਰਣੀ ਪਾਈਐ ਦਰਸ਼ਨ ਭੇਟਤ ਹੋਤ ਆਨੰਦਾ ਦੁਖ ਗਿਆ ਹਰ ਗਾਈਆ। ਕਹਿੰਦੇ ਸਦਾ ਦੇ ਲਈ ਚੜ੍ਹਦੀ ਕਲਾ ਦੇ ਵਿੱਚ ਰਹੋਗੇ, ਸਦਾ ਦੇ ਲਈ ਖੇੜੇ ਦੇ ਵਿੱਚ ਰਹੋਗੇ। ਜਿਹੜੀ ਗੱਲ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਸਾਡੇ ਸਾਹਮਣੇ ਰੱਖੀ ਹੈ, ਨਾਨਕ ਭਗਤਾਂ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ। ਕਹਿੰਦੇ ਜਿਸ ਸੁਣਨ ਦੇ ਸਦਕਾ ਦੁੱਖਾਂ ਪਾਪਾਂ ਦਾ ਨਾਸ ਹੋ ਜਾਵੇ, ਹੋਰ ਕੀ ਚਾਹੀਦਾ। ਇਹ ਖਿਆਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ, ਜਿਹੜੇ ਸਾਹਿਬ ਜੀ ਨੇ ਕਹਿਣਾ ਕੀਤਾ ਕਿ ਜਾਗੀ ਧੀਰਕ ਇਸ ਮਨੈ ਸੰਧਾਰੇ, ਇਸ ਮਨ ਨੂੰ ਸੁਧਦੀ ਹੈ, ਇਸ ਮਨ ਨੂੰ ਸਵਾਰਦੀ ਹੈ। ਗੁਰੂ ਦਾ ਆਸਰਾ ਸਭ ਤੋਂ ਵੱਡਾ ਆਸਰਾ ਜਿਹੜੇ ਮਨ ਨੂੰ ਸਦਾ ਦੇ ਲਈ ਘੜਦਾ ਹੈ। ਜਾਗੀ ਧੀਰਕ ਇਸ ਮਨੈ ਸੰਧਾਰੇ ਜਾ ਕੈ ਸਿਮਰਨ ਮੁਖ ਉਜਲਾਰੇ। ਪ੍ਰਭੂ ਦੇ ਸਿਮਰਨ ਦੇ ਸਦਕਾ ਮੁਖ ਵੀ ਸਦਾ ਦੇ ਲਈ ਉਜਲਾ ਰਹਿੰਦਾ। ਤੁਸੀਂ ਦੇਖਿਓ ਜਿਹੜਾ ਇਨਸਾਨੀ ਜੀਵ ਬੇਈਮਾਨੀ ਦਾ ਖਾਣ ਵਾਲਾ ਹੈ, ਬੇਈਮਾਨੀ ਦਾ ਕਮਾਉਣ ਵਾਲਾ ਹੈ, ਉਹ ਅੱਜ ਵੀ ਦੁਖੀ ਹੈ, ਉਹ ਕੱਲ ਵੀ ਦੁਖੀ ਹੈ। ਉਹ ਅੱਜ ਵੀ ਸਮਾਜ ਦੀਆਂ ਨਜ਼ਰਾਂ ਦੇ ਵਿੱਚ ਸਿਰ ਝੁਕਾ ਕੇ ਹੀ ਰਹੇਗਾ ਤੇ ਕੱਲ ਨੂੰ ਵੀ ਸਿਰ ਝੁਕਾ ਕੇ ਹੀ ਰਹੇਗਾ। ਬੇਈਮਾਨੀ ਦਾ, ਰਿਸ਼ਵਤਖੋਰੀ ਦਾ ਪੈਸਾ ਇਕੱਠਾ ਕੀਤਾ ਹੋਇਆ ਕਿੱਥੇ ਇਨਸਾਨੀ ਜੀਵਨ ਨੂੰ ਸੁਖੀ ਹੋਣ ਦਿੰਦਾ ਹੈ। ਇੱਕ ਚੋਰ ਕਿਸੇ ਘਰ ਦੇ ਵਿੱਚ ਆਉਂਦਾ ਹੈ ਜੀ, ਉਸ ਘਰ ਦੇ ਵਿੱਚ ਉਹ ਬਜ਼ੁਰਗ ਲੇਡੀਜ਼ ਹੁੰਦੀ ਹੈ ਤੇ ਉਹ ਕੁਝ ਕੁ ਸਮਾਂ ਪਹਿਲਾਂ ਬਣ ਦੇ ਵਿੱਚ ਪਸ਼ੂ ਚਰਾਉਂਦਿਆਂ ਉਸ ਨੂੰ ਇੱਕ ਬੇਸ਼ੁਮਾਰ ਕੀਮਤੀ ਪਦਾਰਥ ਹੀਰਾ ਮਿਲਦਾ ਹੈ। ਉਸ ਨੂੰ ਉਸ ਦੀ ਕੀਮਤ ਨਹੀਂ ਹੈ ਪਤਾ, ਉਸ ਨੂੰ ਕੀਮਤ ਨਹੀਂ ਹੈ ਪਤਾ। ਉਹ ਚੁੱਕਦੀ ਹੈ, ਦੇਖਦੀ ਹੈ ਵੀ ਚਮਕ ਹੈ, ਇੱਕ ਵਾਰੀ ਮਨ ਨੂੰ ਮੋਹਦੀ ਹੈ। ਚਮਕ ਨੂੰ ਮੋਹਦਿਆਂ ਹੋਇਆਂ ਦੇਖਦਿਆਂ ਸਾਰੀ ਘਰ ਲੈ ਆਈ, ਘਰ ਲੈ ਆਣ ਕੇ ਢੱਕ ਬਣਾ ਕੇ ਰੱਖੀ ਹੈ। ਅਗਲੇ ਦਿਨ ਚੋਰ ਚੋਰੀ ਕਰਕੇ ਆ ਰਿਹਾ ਹੈ ਤੇ ਆਉਂਦਿਆਂ ਉਸ ਮਾਤਾ ਦੇ ਘਰ ਆ ਕੇ ਰੁਕਿਆ, ਕਹਿੰਦਾ ਮੈਨੂੰ ਸਾਹ ਚੜਿਆ, ਮੈਨੂੰ ਮਾਤਾ ਪਾਣੀ ਪਿਆ ਦੇ। ਪਾਣੀ ਪਿਉਂਦਿਆਂ ਸਾਰ ਉਹ ਹੀਰਾ ਰੱਖਿਆ ਹੁੰਦਾ ਡਿੱਗ ਪੈਂਦਾ। ਉਸ ਦੀ ਨਜ਼ਰ ਜਾਂਦੀ ਹੈ ਵੀ ਵਾਹ ਕਮਾਲ ਹੋ ਗਈ ਵੀ ਇੱਕ ਪਾਸਿਓਂ ਇਧਰੋਂ ਵੀ ਚੋਰੀ ਕਰਕੇ ਆ ਰਿਹਾ ਕਿ ਹੋਰ ਚੀਜ਼ ਮਿਲ ਰਹੀ ਹੈ। ਉਹ ਚੋਰ ਕਹਿੰਦਾ ਵੀ ਮਾਤਾ ਜੀ ਇਹ ਨਾ ਮੈਨੂੰ ਹੀਰਾ ਦੇ ਦੇ, ਇਹ ਮੈਨੂੰ ਪਸੰਦ ਆ ਗਿਆ ਹੈ, ਮੈਨੂੰ ਚੰਗਾ ਲੱਗ ਰਿਹਾ, ਮੈਨੂੰ ਵਧੀਆ ਲੱਗ ਰਿਹਾ। ਇੱਕ ਵਾਰੀ ਗਿਆ, ਫਿਰ ਦੋ ਵਾਰੀ ਗਿਆ, ਫਿਰ ਤੀਜੀ ਵਾਰੀ ਕਹਿੰਦੀ ਸੱਚੀ? ਕਹਿੰਦੇ ਕੋਈ ਨਹੀਂ ਫਿਰ ਲੈ ਲਓ। ਮਾਂ ਨੇ ਉਸ ਨੂੰ ਫੜਾ ਦਿੱਤਾ। ਮਾਂ ਨੂੰ ਉਸ ਨੂੰ ਪਰਖ ਨਹੀਂ ਹੈ, ਉਸ ਨੂੰ ਪਰਖ ਹੈ ਉਸ ਹੀਰੇ ਦੀ ਕਿ ਇਹ ਹੀਰਾ ਹੈ। ਦੇ ਦਿੱਤਾ, ਫੜਾ ਦਿੱਤਾ। ਉਹ ਘਰੇ ਚਲਿਆ ਗਿਆ ਤੇ ਰੱਖਿਆ 10 ਦਿਨ 15 ਦਿਨ ਤੇ ਇਹੋ ਹੀ ਸੋਚੀ ਜਾਵੇ ਹੀਰਾ ਦੇ ਦਿੱਤਾ ਵੀ ਪੈਸਾ ਤੱਕ ਨਹੀਂ ਕੋਈ ਮੰਗਿਆ। ਵੀ ਮੈਂ ਤਾਂ ਲੁੱਟਾਂ ਖੋਹਾਂ ਚੋਰੀਆਂ ਵੀ ਕਰਕੇ ਘਰ ਦੇ ਵਿੱਚ ਸਭ ਕੁਝ ਰੱਖਿਆ ਹੋਇਆ ਹੈ। ਬਸ ਇਹੋ ਹੀ ਗੱਲ ਦੀ ਚਿੰਤਾ ਮਾਰੀ ਗਈ। ਉਹ ਹੀਰਾ ਚੱਕਿਆ, ਵਾਪਸ ਫੇਰ ਉਸ ਘਰ ਦੇ ਵਿੱਚ ਆਉਂਦਾ ਹੈ। ਉਹੀ ਚੋਰ ਚਿੰਤਤ ਹੋਇਆ ਵਾਪਸ ਫੇਰ ਉਸ ਘਰ ਦੇ ਵਿੱਚ ਆਉਂਦਾ, ਕਹਿੰਦਾ ਮਾਂ ਮੇਰੀਏ ਮੈਂ ਨਾ ਇਹ ਹੀਰਾ ਤੈਨੂੰ ਵਾਪਸ ਦੇਣ ਆਇਆ ਹੈ ਤੇ ਮੈਂ ਕੁਝ ਹੋਰ ਲੈਣ ਆਇਆ। ਕਹਿੰਦੀ ਕੀ ਗੱਲ ਹੋਈ ਵੀ ਇਹਨੂੰ ਮੋੜਨ ਦੇ ਲਈ ਆ ਗਿਆ ਤੇ ਹੋਰ ਤਾਂ ਮੇਰੇ ਕੋਲ ਇਹੋ ਜਿਹਾ ਹੈ ਨਹੀਂ ਕਿ ਮੈਂ ਜਿਹੜਾ ਕੁਝ ਦੇ ਦੇਵਾਂ। ਐਸੀ ਕਿਹੜੀ ਵਸਤ ਹੈ ਜਿਹੜੀ ਤੂੰ ਦੇਖ ਲਈ ਕਿ ਜਿਹੜੀ ਮੈਂ ਤੈਨੂੰ ਦੇ ਦੇ। ਅੱਗੇ ਉਹ ਚੋਰ ਕਹਿੰਦਾ ਇਹ ਬੇਸ਼ੁਮਾਰ ਕੀਮਤੀ ਚੀਜ਼ਾਂ ਅੱਜ ਹੈਗੀਆਂ ਨੇ, ਕੱਲ ਦਾ ਪਤਾ ਨਹੀਂ, ਪਰ ਜਿਹੜੀ ਤੁਹਾਡੇ ਦਿਲ ਦੀ ਅਮੀਰੀ ਹੈਗੀ ਹੈ ਨਾ ਉਹ ਤੁਸੀਂ ਮੈਨੂੰ ਦੇ ਦਿਓ, ਮੈਂ ਉਹਦੇ ਨਾਲ ਹੀ ਅਮੀਰ ਬਣ ਜਾਵਾਂਗਾ। ਇਹ ਦਿਲ ਦੀ ਅਮੀਰੀ ਕਿਸੇ ਬਿਰਲੇ ਦੇ ਹੱਥ ਵਾਸੀ ਹੀ ਆਉਂਦੀ ਹੈ। ਕਹਿਣ ਤੋਂ ਭਾਵ ਕਿ ਸਦਾ ਦੇ ਲਈ ਉਹ ਕੀਤਾ ਹੋਇਆ ਕਾਰਜ ਸਫਲਾ ਰਹਿੰਦਾ ਹੈ ਜਿਹੜੇ ਦੇ ਨਾਲ ਅੰਤਰ ਆਤਮੇ ਦੇ ਸਦਕਾ ਆਪਣੇ ਆਪ ਨੂੰ ਸਦਾ ਦੇ ਲਈ ਸਕੂਨ ਮਿਲੇ। ਸੱਚ ਹੱਕ ਦੀ ਕਮਾਈ ਕਰਨ ਵਾਲਾ ਹਮੇਸ਼ਾ ਦੇ ਲਈ ਸਹਿਜ ਦੇ ਵਿੱਚ ਟਿਕਾ ਦੇ ਵਿੱਚ ਰਹੇਗਾ।
ਸਕੂਨ ਦੇ ਵਿੱਚ ਰਹੇਗਾ। ਧੋਖੇ ਧੜੀ ਕਰਨ ਵਾਲੇ ਕਦੇ ਵੀ ਸਹਿਜ ਟਕਾ ਦੇ ਵਿੱਚ ਨਹੀਂ ਰਹਿੰਦੇ, ਚਿੰਤਾਵਾਂ ਦੇ ਵਿੱਚ ਹੀ ਰੁੱਝੇ ਰਹਿੰਦੇ ਨੇ। ਆ ਹੋ ਜਾਏਗਾ, ਉਹ ਹੋ ਜਾਏਗਾ। ਅਸੀਂ ਦੁਨਿਆਵੀ ਤੌਰ ਦੇ ਉੱਤੇ ਦੇਖਦੇ ਆ, ਕਿਸੇ ਦੇ ਕੋਠੀਆਂ, ਕਾਰਾਂ, ਬੰਗਲੇ ਨੇ, ਵੱਡਾ ਬਿਜ਼ਨਸ ਹੈ। ਪਰ ਗੁਰੂ ਸਾਹਿਬ ਜੀ ਪਤਾ ਕੀ ਕਹਿੰਦੇ? ਵੱਡੇ ਵੱਡੇ ਜੋ ਦੀਸੈ ਲੋਗ ਤਿੰਨ ਕੋ ਵਿਆਪੈ ਚਿੰਤਾ ਰੋਗ। ਕਹਿੰਦੇ ਚਿੰਤਾਵਾਂ ਲੱਗੀਆਂ ਰਹਿੰਦੀਆਂ ਨੇ, ਆਹ ਵਾਲੀ EMI ਭਰਨੀ ਆ, ਉਹ ਭਰਨੀ ਆ, ਉਹ ਭਰਨੀ ਆ, ਇਹ ਭਰਨੀ ਹੈ। ਪਰ ਜਿਹਦੇ ਕੋਲੇ ਜੇਕਰ ਕੁੱਲੀ ਦੁੱਲੀ ਵੀ ਹੋਵੇਗੀ, ਕੋਈ ਨਹੀਂ, ਦਿਨ ਲੰਘਿਆ ਹੈ, ਰਾਤ ਵੀ ਲੰਘੀ ਜਾਣੀ ਹੈ, ਫਿਕਰ ਫਾਕਾ ਨਹੀਂ ਕੋਈ ਨਾ ਕਰੇਂਦਾ। ਖੈਰ ਗੁਰੂ ਸਾਹਿਬ ਜੀ ਕਿਰਪਾ ਕਰਨ। ਅਖੀਰ ਦੇ ਵਿੱਚ ਕਹਿੰਦੇ ਗੁਰੂ ਅਰਜਨ ਸਾਹਿਬ ਜੀ, ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ, ਸ਼ਰਨ ਨਾਨਕ ਸਿਰ ਸਦ ਬਲਿਹਾਰੇ। ਮੈਂ ਸਦਾ ਦੇ ਲਈ ਉਹਨਾਂ ਤੋਂ ਵਾਰੇ ਬਲਿਹਾਰੇ ਹਾਂ, ਸਦਾ ਦੇ ਲਈ ਉਹਨਾਂ ਤੋਂ ਕੁਰਬਾਨ ਹਾਂ। ਹੇ ਵਾਹਿਗੁਰੂ ਜੀਓ, ਜਿਹੜਾ ਸਦਾ ਦੇ ਲਈ ਤੇਰਾ ਸਿਮਰਨ ਕਰਦਿਆਂ ਹੋਇਆ ਆਪਣਾ ਜੀਵਨ ਬਤੀਤ ਕਰਦੇ ਨੇ।